चोपई इम विचार कर निंद्रा पाई जाग जामन जाम राई बुढ़ा पुन गुरदास सुजागे श्री गुर चरण प्रेम में पागे। वाहेगुरु जी का खालसा वाहेगुरु जी की फतेह। तेग बहादुर सिमरिया करनाऊ निध आवे ताए सब थाई होए सहाय। ऐसे दीन दयाल पातशाह धर्म रक्षक परोपकार दी मूरत तेग दे धनी धन धन श्री गुरु तेग बहादुर पातशाह जी सतगुरां जी दे पावन पवित्र अस्थान गुरुद्वारा श्री दुख निवारण साहिब विखे चौबर शतर तखत दे मालक शब्द गुरु 10 पातशाहियों के आत्मक स्वरूप हाजरा हजूर जहरा जहूर सर्व कला भरपूर धन धन श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए सुंदर सचखंड दीवाना दे विच हाजरियां भर रहे गुरु सवारी गुरु खालसा साध संगत जियो धनता दे जोग हो वड्डे भाग हन जो आप जी निता प्रत गुर चरणा दे विच जुड़ करके अमृतमय बाणी दे शब्द कीर्तन इतिहासक विचारां नूं सरवण करके जीवन और स्वासां नूं सफलियां करदे हो। गुरु घर दे कीर्तनियां पासों आप जी बहुत ही मंत्र मुग्ध होए प्रेम विच भिज करके रब्बी बाणी दे शब्द कीर्तन सरवण कर रहे सी। उपरंत समा बनया है चल रही लड़ीवार गुर इतिहास दी विचार दा। कल दे प्रकरण अंदर आप जियां ने सरवण कीता सी श्री गुरु ग्रंथ साहिब पातशाह जी दे पावन भीड़ तैयार हुई है। सिख संगतां दे मनां अंदर बड़ी भारी खुशी है। गुरु कीयां संगतां सतगुरु दे चरणां विच पहुंचदियां सतगुरु दे दरबार दीयां हाजरियां भरदियां हन। पवित्र बाणी नूं सुनन वास्ते बड़ा प्रेम धारण करके जुड़ करके बैठ करके बाणी नूं सरवण करदियां हन। सतगुरु पातशाह जी ने
ਗੁਰਬਾਣੀ ਦਾ ਮਹਾਤਮ ਦੇ ਬਾਬਤ ਦੱਸਣਾ ਕੀਤਾ ਹੈ ਕਿ ਜੋ ਵੀ ਇਸ ਬਾਣੀ ਨੂੰ ਪ੍ਰੇਮ ਸਹਿਤ ਪੜ੍ਹੇਗਾ, ਪ੍ਰੇਮ ਸਹਿਤ ਸੁਨੇਗਾ, ਉਹਨੂੰ ਮਨ ਇੱਛਤ ਫਲ ਪ੍ਰਾਪਤ ਹੋਣਗੇ। ਜਨਮ ਮਰਨ ਤੋਂ ਮੁਕਤ ਹੋ ਜਾਣਗੇ ਜਿਹੜੇ ਇਸ ਬਾਣੀ ਨੂੰ ਪੜ੍ਹਨਗੇ। ਤੇ ਇਹ ਵੀ ਕਿਹਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਕਾ ਹਿਰਦਾ ਕਰਕੇ ਜਾਣਨਾ ਹੈ। ਕੋਈ ਵੀ ਆਪਣੇ ਹੱਥ ਪਵਿੱਤਰ ਕਰਨਾ ਚਾਹੁੰਦਾ ਹੈ ਬਾਣੀ ਨੂੰ ਲਿਖ ਕੇ, ਜੇ ਕੋਈ ਬਾਣੀ ਲਿਖਣਾ ਚਾਹੁੰਦਾ ਹੈ ਤਾਂ ਇਹਦੇ ਵਿੱਚ ਕੋਈ ਵੀ ਲਗ ਮਾਤਰ ਦੀ ਵਾਧ ਘਾਟ ਨਾ ਕਰੇ। ਕੋਈ ਆਪਣੇ ਵੱਲੋਂ ਰਚਨਾ ਰਚ ਕੇ ਦਰਜ ਕਰਨ ਦੀ ਕੋਸ਼ਿਸ਼ ਨਾ ਕਰੇ। ਇਨ ਬਿਨ ਜੋ ਸ਼ਬਦ ਲਿਖੇ ਗਏ ਨੇ ਉਹਦੇ ਮੁਤਾਬਕ ਹੀ ਉਤਾਰਾ ਕਰੇ। ਜੇਕਰ ਕੋਈ ਇਹਦੇ ਵਿੱਚ ਲਗ ਮਾਤਰ ਦੇ ਵਾਧ ਘਾਟ ਕਰਨ ਦੀ ਕੋਸ਼ਿਸ਼ ਕਰੇਗਾ ਉਹ ਬਹੁਤ ਵੱਡਾ ਦੁੱਖ ਪਾਵੇਗਾ, ਵੱਡੇ ਦੁੱਖ ਦੀ ਪ੍ਰਾਪਤੀ ਹੋਵੇਗੀ ਉਸ ਨੂੰ। ਸੋ ਇਧਰ ਭਾਈ ਬੰਨੋ ਜੀ ਨੂੰ ਭੇਜਿਆ, ਜਾਓ ਲਾਹੌਰ ਤੋਂ ਜਿਲਦ ਬਣਵਾ ਕੇ ਲਿਆਉਣਾ ਕਰੋ। ਜਿਲਦ ਬਣਵਾਈ ਗਈ ਹੈ। ਇਧਰ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਕਿ ਜਿਹੜਾ ਵੀ ਗੁਰਬਾਣੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਆਪਣੇ ਘਰ ਵਿਖੇ ਆਰੰਭ ਕਰਵਾਏਗਾ, ਸੰਪੂਰਨਤਾ ਹੋਣ ਤੇ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਅਰਦਾਸ ਕੀਤੀ ਜਾਵੇ। ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਦੀ ਸੇਵਾ ਵਸਤਰ ਆਦਿਕ ਧਨ ਦੇ ਕਰਕੇ ਉਹਨਾਂ ਦੀ ਸੇਵਾ ਕੀਤੀ ਜਾਵੇ। ਤੇ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਅੱਜ ਦਾ ਦਿਨੋਂ ਜਿਹੜਾ ਬਤੀਤ ਹੋਇਆ ਹੈ, ਸ਼ਾਮ ਸਮੇਂ ਬੈਠੇ ਮਨ ਅੰਦਰ ਵਿਚਾਰਦੇ ਨੇ। ਰਾਤ ਦਾ ਸਮਾਂ ਹੋਇਆ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹ ਪਾਵਨ ਗ੍ਰੰਥ ਦੇ ਹੁਣ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ। ਮਨ ਅੰਦਰ ਇਸ ਗੱਲ ਦੀ ਵਿਚਾਰ ਕਰ ਰਹੇ ਨੇ। ਵਿਚਾਰਦਿਆਂ ਰਾਤ ਦਾ ਸਮਾਂ ਤੇ ਆਰਾਮ ਵਸ ਹੋਣ ਲਈ ਸਤਿਗੁਰੂ ਜੀ ਲੇਟੇ ਨੇ। ਰਾਤ ਜਿਹੜੀ ਆ ਬਤੀਤ ਕੀਤੀ ਹੈ। ਸਵੇਰ ਸਮੇਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਚੱਲ ਕੇ ਆਉਂਦੇ ਨੇ। ਫਿਰ ਸਾਹਿਬ ਜੀ ਅੱਗੇ ਕੀ ਹੁਕਮ ਕਰਦੇ ਨੇ, ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਇਮ ਵਿਚਾਰ ਕਰ ਨਿੰਦਰਾ ਪਾਈ। ਇਹ ਗੱਲ ਦੀ ਵਿਚਾਰ ਕਰਦੇ ਆ ਕਿ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ। ਬੜੀ ਮਹਾਨ ਉੱਤਮ ਸੇਵਾ ਹੈ ਤੇ ਇਹਦੇ ਲਈ ਕਿਹੜਾ ਯੋਗ ਹੈ, ਕੌਣ ਯੋਗ ਹੈ ਜਿਹੜਾ ਇਹ ਸੇਵਾ ਸੰਭਾਲ ਕਰ ਸਕੇ। ਇਸ ਤਰ੍ਹਾਂ ਵਿਚਾਰਦਿਆਂ ਸਤਿਗੁਰੂ ਪਾਤਸ਼ਾਹ ਜੀ ਨੀਂਦ ਵਸ ਹੋਏ ਹਨ। ਜਾਗੇ ਜਾਮਨ ਜਾਮ ਰਹਾਈ। ਸੁਖ ਦੇ ਸਹਿਤ ਰਾਤ ਬਤੀਤ ਕੀਤੀ ਹੈ। ਸਵਾ ਪੈਰ ਰਾਤ ਰਹਿੰਦਿਆਂ ਸਤਿਗੁਰੂ ਪਾਤਸ਼ਾਹ ਜੀ ਜਾਗੇ ਹਨ। ਬੁੱਢਾ ਪੁੰਨ ਗੁਰਦਾਸ ਸੋ ਜਾਗੇ। ਉਧਰੋਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਉਹ ਵੀ ਅੰਮ੍ਰਿਤ ਵੇਲਾ ਜਾਣ ਕੇ ਉੱਠੇ ਹਨ, ਜਾਗੇ ਹਨ। ਸ਼੍ਰੀ ਗੁਰ ਚਰਨ ਪ੍ਰੇਮ ਮੈਂ ਪਾਗੇ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਅਤੀ ਪ੍ਰੇਮ ਹੈ, ਪ੍ਰੇਮ ਦੇ ਵਿੱਚ ਭਿੱਜੇ ਹੋਏ ਹਨ। ਸੋਚ ਰਾਮ ਸਰ ਕੀ ਨਿਸ਼ਾਨਾ। ਸੌਚ ਕਿਰਿਆ ਕੀਤੀ ਹੈ। ਫਿਰ ਰਾਮਸਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ, ਕਿਉਂਕਿ ਇੱਥੇ ਰਹਿੰਦਿਆਂ ਹੀ ਸਾਰੇ ਉਸ ਦਿਨ ਗੁਰਬਾਣੀ ਦਾ ਅਦਬ ਸਤਕਾਰ
ਮੁੱਖ ਰੱਖਦਿਆਂ ਸਾਰੇ ਧਰਤੀ ਤੇ ਹੀ ਲੇਟ ਕੇ ਨੀਚੇ ਭੁੰਜਾ ਹੀ ਸੌਣਾ ਕੀਤਾ। ਗੁਰਬਾਣੀ ਦਾ ਅਦਬ ਸਤਿਕਾਰ ਰੱਖਿਆ। ਫਿਰ ਸਵੇਰ ਦਾ ਸਮਾਂ ਜਾਣ ਕੇ ਸੌਚ ਇਸ਼ਨਾਨ ਕੀਤਾ ਹੈ। ਰਾਮਸਰ ਸਾਹਿਬ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ। ਬਦਰੀ ਤਰ ਬੈਠੇ ਕਰ ਧਿਆਨਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਹੀ ਬੇਰੀ ਦੇ ਦਰਖਤ ਹੇਠ ਅੰਤਰ ਧਿਆਨ ਹੋ ਕੇ ਬੈਠੇ ਹਨ। ਦ્વੈ ਕਟਿਕਾ ਲਖ ਅੰਮ੍ਰਿਤ ਕਾਲਾ। 2 ਘੜੀਆਂ ਸਮਾਂ ਬਾਕੀ ਜਦੋਂ ਰਹਿ ਗਿਆ ਅੰਮ੍ਰਿਤ ਵੇਲੇ, ਸ਼੍ਰੀ ਅਰਜਨ ਬਚ ਕਯੋ ਰਸਾਲਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਸੁੰਦਰ ਬਚਨ ਕੀਤੇ ਹਨ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ। ਹੁਣ ਸਮੇਂ ਦੇ ਵਿਚਾਰ ਕਰਕੇ, ਕਿਉਂਕਿ ਪਹਿਲਾਂ ਹੀ ਵਿਚਾਰ ਲਿਆ ਗਿਆ ਸੀ ਕਿ ਆ ਧੰਨ ਸ਼੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ, ਤੇ ਸ਼੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਦੀ ਚੋਣ ਕੀਤੀ ਗਈ ਕਿ ਇਸ ਅਸਥਾਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਵੇ। ਇਹ ਪਹਿਲਾਂ ਹੀ ਵਿਚਾਰ ਲਿਆ ਗਿਆ ਸੀ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਸਮਾਂ ਜਾਣਦਿਆਂ 2 ਘੜੀਆਂ ਬਾਕੀ ਅੰਮ੍ਰਿਤ ਵੇਲੇ ਦੀਆਂ ਰਹਿੰਦੀਆਂ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਧੰਨ ਆਦਿ ਸ਼੍ਰੀ ਗ੍ਰੰਥ ਜੀ ਦੇ ਪਾਵਨ ਸਰੂਪ ਆਪਣੇ ਸੀਸ ਤੇ ਸੁਸ਼ੋਭਿਤ ਕਰੋ, ਸਜਾ ਲਵੋ। ਆਗੇ ਚਲੋ ਸੁਦਾ ਸਰ ਪੰਥ। ਅੰਮ੍ਰਿਤ ਸਰੋਵਰ ਵਾਲੇ ਰਸਤੇ ਵੱਲ ਨੂੰ ਚੱਲਣਾ ਕਰੋ। ਮਾਨ ਬਾਕਲੇ ਭਇਓ ਅਗਾਰੇ। ਤੇ ਬਾਬਾ ਬੁੱਢਾ ਜੀ ਨੇ ਦੋਵੇਂ ਹੱਥ ਜੋੜੇ। ਸਤਿਗੁਰੂ ਪਾਤਸ਼ਾਹ ਜੀ ਦੇ ਕਹੇ ਹੋਏ ਪਾਵਨ ਬਚਨ ਜਿਹੜੇ ਸਨ ਹੁਕਮ ਸੀ ਉਹ ਮੰਨਣਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨਿਆ ਹੈ। ਚਮਰ ਗੁਰੂ ਅਰਜਨ ਕਰ ਧਾਰੇ। ਤੇ ਧੰਨ ਆਦਿ ਸ਼੍ਰੀ ਗ੍ਰੰਥ ਜੀ ਦੇ ਪਾਵਨ ਸਰੂਪ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਲਏ ਨੇ। ਤੇ ਇਧਰੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਚਵਰ ਲਿਆ। ਚਵਰ ਦੀ ਸੇਵਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਕਰ ਰਹੇ ਹਨ। ਸੰਖ ਅਨਿਤ ਲਘੂ ਦੁੰਦਬ ਬਾਜੇ। ਤੇ ਜਦੋਂ ਰਾਮਸਰ ਸਾਹਿਬ ਦੇ ਪਾਵਨ ਅਸਥਾਨ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਅਸਵਾਰੀ ਲਿਜਾਈ ਗਈ ਹੈ ਨਗਰ ਕੀਰਤਨ ਦੇ ਰੂਪ ਵਿੱਚ, ਵਿਆਹ ਵਰਗਾ ਮਾਹੌਲ ਸੀ। ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ। ਚਾਰੇ ਪਾਸੇ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। ਬੜਾ ਖੁਸ਼ੀ ਭਰਿਆ ਮਾਹੌਲ ਸੀ। ਤੇ ਕਿਤੇ ਸ਼ੰਖ ਵੱਜ ਰਹੇ ਨੇ, ਕਿਤੇ ਛੋਟੇ ਨਗਾਰੇ ਜਿਹੜੇ ਨੇ ਉਹ ਵਜਾਏ ਜਾ ਰਹੇ ਹਨ। ਜੈ ਜੈਕਾਰ ਉੱਚ ਸੁਰ ਗਾਜੇ। ਉੱਚੀ ਸੁਰ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ ਕੀਤੀ ਜਾ ਰਹੀ ਹੈ। ਸੁੰਦਰ ਸ਼੍ਰੀ ਹਰਿ ਗੋਬਿੰਦ ਚੰਦ। ਤੇ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਸੋਹਣੇ ਸੁੰਦਰ ਸਰੂਪ ਵਾਲੇ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਜੀ। ਸੰਗ ਚਲਤ ਹੋਏ ਸ਼ੋਭ ਬਿਲੰਦ। ਤੇ ਉਹ ਵੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਤੁਰੇ ਜਾ ਰਹੇ ਨੇ, ਬੜੀ ਸ਼ੋਭਾ ਪਾ ਰਹੇ ਹਨ। ਹਰ ਮੰਦਰ ਮੈਂ ਜਾਏ ਪਹੁੰਚੇ। ਤੇ ਨਗਰ ਕੀਰਤਨ ਦੇ ਰੂਪ ਸਤਿਗੁਰੂ ਪਾਤਸ਼ਾਹ ਜੀ ਦੀ ਸਵਾਰੀ ਜਾ ਰਹੀ ਹੈ। ਤੇ ਬੜੇ ਖੁਸ਼ੀਆਂ ਦੇ ਮੰਗਲ ਕੀਤੇ ਜਾ ਰਹੇ ਨੇ। ਗੁਰਬਾਣੀ ਦੇ ਸ਼ਬਦ ਗਾਏ ਜਾ ਰਹੇ ਨੇ। ਚਲਦਿਆਂ ਚਲਦਿਆਂ ਸ੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਵਿਖੇ ਪਹੁੰਚੇ ਹਨ। ਰਾਗੀ ਰਾਗ ਕਰਤ ਸੁਰ ਉੱਚੇ। ਤੇ ਰਾਗੀ ਸਿੰਘ ਉੱਚੇ ਸੁਰ ਦੇ ਵਿੱਚ ਪਵਿੱਤਰ ਬਾਣੀ ਦਾ ਗਾਇਨ ਕਰ ਰਹੇ ਸਨ। ਮੰਜੀ ਸਹਿਤ ਗ੍ਰੰਥ ਤੈ ਥਾਪ। ਤੇ ਸ੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਵਿਖੇ ਮੰਜੀ ਸਾਹਿਬ ਦੇ ਉੱਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ, ਸੁਭਾਏਮਨ ਕਰਵਾਏ ਗਏ ਹਨ। ਬੈਠੇ ਨਿਕਟ ਗੁਰੂ ਤਬ ਆਪ। ਤੇ ਨਜ਼ਦੀਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬੈਠ ਗਏ ਹਨ।
ਵਾਰ ਭੋਗ ਕੋ ਸੁਨ ਮਨ ਤੇ ਲਾਈ। ਆਸਾ ਕੀ ਵਾਰ ਦਾ ਕੀਰਤਨ ਰਾਗੀ ਸਿੰਘ ਬੜੇ ਪ੍ਰੇਮ ਵਿੱਚ ਭਿੱਜ ਕੇ ਉੱਚੇ ਸੁਰ ਦੇ ਵਿੱਚ ਪਵਿੱਤਰ ਬਾਣੀ ਆਸਾ ਕੀ ਵਾਰ ਦਾ ਗਾਇਨ ਕਰ ਰਹੇ ਸਨ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਤ ਸਿੱਖ ਸੰਗਤਾਂ ਸਾਰਿਆਂ ਨੇ ਮਨ ਚਿਤ ਲਾ ਕਰਕੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਸ਼੍ਰੀ ਅਰਜਨ ਪੁਨ ਗੇਰਾ ਅਲਾਈ। ਤੇ ਜਦੋਂ ਆਸਾ ਕੀ ਵਾਰ ਦੇ ਕੀਰਤਨ ਹੋਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਪਾਵਨ ਬਚਨ ਕਹੇ, ਕਹਿਣ ਲੱਗੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਨੇ ਸਭ ਪੰਥ। ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਖੋਲੋ ਗ੍ਰੰਥ। ਬਾਬਾ ਬੁੱਢਾ ਜੀ ਆਦਿ ਸ੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਕੀਤਾ ਜਾਵੇ। ਲਿਹੋ ਆਵਾਜ਼, ਸੁਣੈ ਸਭ ਪੰਥ। ਪ੍ਰਕਾਸ਼ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਮੁਖ ਵਾਕ ਲਏ ਜਾਣ, ਜਿਸ ਮੁਖ ਵਾਕ ਨੂੰ ਸਾਰਾ ਸਿੱਖ ਜਗਤ ਸਿੱਖ ਪੰਥ ਸੁਨਣਾ ਕਰੇ। ਸੁਨ ਗੁਰ ਬਚਨ ਰੁਚਰ ਮਨ ਲਾਇਤ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਨੇ ਨੇ ਬਾਬਾ ਬੁੱਢਾ ਜੀ ਨੇ, ਤੇ ਮਨ ਲਾ ਕੇ ਸੇਵਾ ਸ਼ੁਰੂ ਕੀਤੀ ਹੈ। ਸਤ ਬਾਤ ਮੁਖ ਜਲਜ ਅਲਾਇਤ। ਮੁਖ ਤੋਂ ਮੁਖ ਕਵਲ ਤੋਂ ਕਿਹਾ ਸਤ ਬਚਨ ਸਤਿਗੁਰੂ ਜੀ। ਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਹਾ ਨਾ, ਬਾਬਾ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ, ਤੇ ਸਤ ਬਚਨ ਕਹੇ ਨੇ ਪਾਵਨ ਮੁਖ ਤੋਂ ਕਹਿਣ ਲੱਗੇ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਤੇ ਬੜੇ ਅਦਬ ਸਤਕਾਰ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਅੱਜ ਵੀ ਉਸੇ ਤਰ੍ਹਾਂ ਪ੍ਰਾਤਨ ਮਰਿਆਦਾ ਇਹ ਕਾਇਮ ਹੈ। ਆਪ ਸਿੱਖ ਸੰਗਤਾਂ ਇਸ ਪਾਵਨ ਅਸਥਾਨ ਵਿਖੇ ਵੀ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਹੋ। ਦਰਬਾਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਮਰਿਆਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਾਇਮ ਕੀਤੀ, ਉਸੇ ਮੁਤਾਬਕ ਸਵੇਰੇ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੋ ਕੇ ਆਉਂਦੇ ਨੇ। ਸਿੱਖ ਸੰਗਤਾਂ ਬੜੇ ਭਾਵਨਾ ਬੜੇ ਪ੍ਰੇਮ ਸਹਿ ਸਤਿਗੁਰੂ ਪਾਤਸ਼ਾਹ ਜੀ ਦੀ ਸਵਾਰੀ ਨਾਲ ਚੱਲ ਕਰਕੇ ਆਉਂਦੀਆਂ ਨੇ। ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਗੁਰੂ ਕੇ ਪਿਆਰ ਵਾਲੇ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਉਸਤਤ ਕਰਦੇ ਨੇ, ਭੱਟਾਂ ਦੇ ਸਵਈਏ ਦਾ ਜਾਪ ਕਰਦੇ ਨੇ। ਤੇ ਇਧਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬੜੇ ਅਦਬ ਸਤਿਕਾਰ ਦੇ ਨਾਲ ਬੜੇ ਪ੍ਰੇਮ ਨਾਲ ਪ੍ਰਕਾਸ਼ ਕੀਤਾ ਜਾਂਦਾ ਹੈ। ਤੇ ਸੰਗਤਾਂ ਬੜੀਆਂ ਉਤਾਵਲੀਆਂ ਹੁੰਦੀਆਂ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਆਪਣੇ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਬਚਨ ਸਾਡੇ ਕੰਨਾਂ ਵਿੱਚ ਪੈ ਜਾਣ, ਸੁਣਨ ਲਈ ਉਤਾਵਲੀਆਂ ਹੁੰਦੀਆਂ ਨੇ। ਤੇ ਬਾਬਾ ਬੁੱਢਾ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਾਰ ਪ੍ਰਕਾਸ਼ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਪ੍ਰਕਾਸ਼ ਕਰਕੇ ਲੈ ਆਵਾਜ਼ ਬੁੱਢਾ ਮੁਖ ਬੋਲਾ, ਤੇ ਪਾਵਨ ਮੁਖ ਵਾਕ ਲਿਆ। ਉਸ ਵਕਤ ਪਾਵਨ ਮੁਖ ਵਾਕ ਜੋ ਆਇਆ, ਅੱਗੇ ਆਪ ਜੀ ਸਰਵਨ ਕਰੋ ਜੀ। ਸੂਈ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਸੂਹੀ ਰਾਗ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਇਹ ਮੁਖ ਵਾਕ ਦੇ ਰੂਪ ਵਿੱਚ ਆਇਆ ਹੈ। ਇਹ ਆਪ ਜੀ ਨੇ ਪਿੱਛੇ ਇਤਿਹਾਸ ਸਰਵਣ ਕੀਤਾ ਹੈ ਕਿ ਜਦੋਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ, ਹਰ ਕੀ ਪੌੜੀ ਵਾਲੇ ਸਥਾਨ ਤੇ ਪਰਮੇਸ਼ਰ ਆਪ ਸਮੂਹ ਦੇਵਤਿਆਂ ਨੂੰ ਲੈ ਕੇ ਸੇਵਾ ਕਰਨ ਵਾਸਤੇ ਆਇਆ ਹੈ। ਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੇਖਿਆ, ਉਸ ਵਕਤ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ। ਤੇ ਜਦੋਂ
ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਹੋਣ ਸਮੇਂ ਪਹਿਲਾ ਮੁੱਖ ਵਾਕ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਮਨ ਆਇਆ ਰਾਮ। ਵਾਹਿਗੁਰੂ ਦੇ ਪਿਆਰਿਓ, ਵਾਹਿਗੁਰੂ ਪਰਮੇਸ਼ਰ ਦੇ ਪਿਆਰ ਵਾਲੇ ਸੰਤ ਜਨਾਂ ਦੇ ਕਾਰਜ ਕਰਨ ਵਾਸਤੇ ਉਹ ਹਰੀ ਵਾਹਿਗੁਰੂ ਪਰਮੇਸ਼ਰ ਆਪ ਚੱਲ ਕੇ ਆਇਆ ਹੈ। ਸ਼੍ਰੀ ਅੰਮ੍ਰਿਤ ਸਰੋਵਰ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਕਾਰਜਾਂ ਨੂੰ ਕਰਨ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਚੱਲ ਕੇ ਆਇਆ ਹੈ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਸ਼੍ਰੀ ਇਸ ਅੰਮ੍ਰਿਤ ਸਰੋਵਰ ਦੇ ਆਲੇ ਦੁਆਲੇ ਦੀ ਧਰਤੀ ਉਹ ਸ਼ੋਭਨੀਕ ਹੋ ਗਈ ਹੈ, ਸੁਹਾਵਣੀ ਬਣ ਗਈ ਹੈ। ਤੇ ਪਾਵਨ ਸਰੋਵਰ ਜਿਹਦੇ ਵਿੱਚ ਨਿਰਮਲ ਜਲ ਭਰਿਆ ਹੈ, ਨਿਰਮਲ ਜਲ ਭਰਨ ਦੇ ਨਾਲ ਸ਼ੋਭਨੀਕ ਹੋ ਰਿਹਾ ਹੈ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਤੇ ਜੋ ਇਹ ਪਾਵਨ ਸਰੋਵਰ ਦੇ ਵਿੱਚ ਅੰਮ੍ਰਿਤ ਜਲ ਛਾਇਆ, ਇਹ ਅੰਮ੍ਰਿਤ ਜਲ ਭਰਿਆ ਹੈ, ਪੂਰਨ ਸਾਜ ਕਰਾਇਆ ਹੈ। ਵਾਹਿਗੁਰੂ ਪਰਮੇਸ਼ਰ ਨੇ ਜੋ ਸ਼ੋਭਨੀਕ ਹੋ ਰਿਹਾ, ਸ਼ੋਭਾ ਵਾਲਾ ਹੈ। ਸਗਲ ਮਨੋਰਥ ਪੂਰੇ, ਜਿਹੜੇ ਸਾਰੇ ਮਨੋਰਥ ਸਨ ਉਹ ਵਾਹਿਗੁਰੂ ਪਰਮੇਸ਼ਰ ਨੇ ਪੂਰੇ ਕਰ ਦਿੱਤੇ, ਸਾਰੀਆਂ ਇਛਾਵਾਂ ਪੂਰੀਆਂ ਕਰ ਦਿੱਤੀਆਂ ਹਨ। ਜੈ ਜੈਕਾਰ ਪਿਆ ਜਗ ਅੰਤਰ, ਲਾਤੇ ਸਗਲ ਵਿਸੂਰੇ। ਤੇ ਸਾਰੇ ਜਗਤ ਦੇ ਅੰਦਰ ਜੈ ਜੈਕਾਰ ਹੋ ਰਹੀ ਹੈ, ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਲਾਥੇ ਸਗਲ ਵਿਸੂਰੇ, ਜਿਹੜੇ ਚਿੰਤਾ ਝੋਰੇ ਸਨ ਉਹ ਸਾਰੇ ਖਤਮ ਹੋ ਗਏ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਉਹ ਜੋ ਨਾਸ਼ ਤੋਂ ਰਹਿਤ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਹੈ, ਜਿਹਦਾ ਜਸ ਵੇਦਾਂ ਤੇ ਪੁਰਾਣਾ ਨੇ ਗਾਇਆ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਤੇ ਜਿਸ ਵਾਹਿਗੁਰੂ ਪਰਮੇਸ਼ਰ ਦਾ ਮੁੱਢ ਕਦੀਮੀ ਸੁਭਾਅ ਹੈ, ਆਪਣੇ ਬਿਰਦ ਦੀ ਪਾਲਣਾ ਕਰਨੀ, ਆਪਣੇ ਧਰਮ ਦੀ ਰੱਖਿਆ ਕਰਨੀ, ਬਿਰਦ ਨੂੰ ਪਾਲਣਾ, ਐਸੇ ਉਸਾਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਸ ਨਾਮ ਨੂੰ ਧਿਆਇਆ ਹੈ। ਜੋ ਪਈ ਸੁਨ ਸਭੂ ਤਬ ਸੀਸ ਨਿਵਾਇਓ। ਤੇ ਜਦੋਂ ਇਹ ਪਾਵਨ ਮੁਖ ਵਾਕ ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਸਹਿਤ ਸਿੱਖ ਸੰਗਤਾਂ ਨੂੰ ਸਰਵਣ ਕਰਵਾਏ, ਤੇ ਸਰਵਣ ਕਰਕੇ ਸਮੂਹ ਸੰਗਤਾਂ ਨੇ ਦੋਵੇਂ ਹੱਥ ਜੋੜ ਕੇ ਆਪਣਾ ਸੀਸ ਨਵਾਇਆ ਹੈ। ਦੀਨ ਬੰਧੂ ਪ੍ਰਭ 3 ਲੱਖ ਪਾਇਓ। ਇਹਨਾਂ ਬੰਧੂ, ਤਿੰਨਾਂ ਤੇ ਕਿਰਪਾ ਕਰਨ ਵਾਲੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਾਖਸ਼ਾਤ ਉਹਦੇ ਦਰਸ਼ਨ ਕੀਤੇ, ਪ੍ਰਾਪਤ ਕੀਤਾ ਹੋਇਆ ਜਾਣਿਆ ਹੈ। ਸ਼੍ਰੀ ਗੁਰ ਕਰਤੇ ਚਮਰ ਫਿਰੰਤਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਆਪਣੇ ਹਸਤ ਕਮਲਾਂ ਦੇ ਵਿੱਚ ਲੈ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਉੱਪਰ ਚਵਰ ਝੁਲਾ ਰਹੇ ਹਨ। ਬੁੱਢਾ ਜਪ ਜੀ ਪਾਠ ਕਰੰਤਾ। ਤੇ ਉਪਰੰਤ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਾਪ ਜਿਹੜਾ ਪਾਠ ਹੈ ਉਹ ਆਰੰਭ ਕੀਤਾ ਹੈ। ਸੰਗਤ ਧੰਨ ਧੰਨ ਸੁਨ ਕਾਏ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਨੂੰ ਸੁਣ ਕੇ ਸੰਗਤਾਂ ਧੰਨ ਧੰਨ ਕਰ ਰਹੀਆਂ ਹਨ, ਧੰਨ ਧੰਨ ਮੁਖ ਤੋਂ ਕਹਿ ਰਹੀਆਂ ਹਨ। ਅਧਿਕ ਆਨੰਦ ਪ੍ਰੇਮ ਤੇ ਲਏ। ਤੇ ਬਹੁਤ ਪ੍ਰੇਮ ਤੇ ਆਨੰਦ ਵਧਿਆ ਹੈ। ਜਪ ਜੀ ਭੋਗ ਪਾਏ ਜੈਕਾਰਾ। ਤੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੀ ਗਈ ਹੈ, ਜਪਜੀ ਸਾਹਿਬ ਦੀ ਬਾਣੀ ਦਾ ਭੋਗ ਪਿਆ ਹੈ। ਸੀਸ ਨਿਵਾਵਤ ਸਬਨ ਉਚਾਰਾ। ਤੇ ਸੀਸ ਨਵਾ ਕਰਕੇ ਸਾਰਿਆਂ ਨੇ ਉੱਚੀ ਆਵਾਜ਼ ਦੇ ਵਿੱਚ ਜੈਕਾਰਾ ਲਾਇਆ ਹੈ।
ਅਤ ਆਨੰਦ ਸ਼੍ਰੀ ਅਰਜਨ ਨਾਥ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਗਤ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹਿਰਦਾ ਵੀ ਬੜਾ ਆਨੰਦ ਦੇ ਸਹਿਤ ਹੋਇਆ ਹੈ। ਭਏ ਕਿਰਤਾਰਥ ਮਾਨਸ ਨਾਥ ਤੇ ਸਤਿਗੁਰ ਪਾਤਸ਼ਾਹ ਜੀ ਨੇ ਜਾਣਿਆ ਕਿ ਜਿਹੜਾ ਇਹ ਵੱਡਾ ਕਾਰਜ ਸੀ ਜੋ ਆਰੰਭ ਕੀਤਾ ਸੀ ਉਹ ਸਫਲ ਹੋਇਆ ਮੰਨਿਆ ਹੈ। ਅਦਿਕ ਪ੍ਰੇਮ ਤੇ ਗਦ ਗਦ ਹੋਏ ਤੇ ਬਹੁਤ ਪ੍ਰੇਮ ਅੰਦਰ ਵਧਿਆ, ਪ੍ਰੇਮ ਦਾ ਉਛਾਲਾ ਹੋਇਆ, ਉਛਾਲਾ ਆਇਆ, ਪ੍ਰੇਮ ਦੇ ਸਹਿਤ ਗਦ ਗਦ ਹੋਏ ਹਨ। ਗੁਣ ਗਨ ਸ਼੍ਰੀ ਪਰਮੇਸ਼ਰ ਜੋਏ ਸਰਵ ਗੁਣਾਂ ਦੇ ਮਾਲਕ ਪਰਮੇਸ਼ਰ ਸਵਰੂਪ ਹਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਹਰ ਮੰਦਰ ਤੇ ਨਿਕਸ ਅਗਾਰੀ ਤੇ ਫਿਰ ਹਰਮੰਦਰ ਸਾਹਿਬ ਦੇ ਬਾਹਰ ਸਨਮੁਖ ਖੜੇ ਹੋ ਕਰਕੇ ਹਰ ਕੀਰਤ ਬੋ ਭਾਂਤ ਉਚਾਰੀ ਤੇ ਵਾਹਿਗੁਰੂ ਹਰੀ ਪਰਮੇਸ਼ਰ ਦੀ ਕੀਰਤੀ ਕੀਤੀ ਹੈ। ਬਹੁਤ ਭਾਨ ਦੇ ਨਾਲ ਹਰੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਈ ਹੈ। ਸੇਜਾ ਸ਼ੇਸ਼ ਬੈਕੁੰਠ ਮਹਾਨਾ ਕਹਿਣ ਲੱਗੇ ਬੈਕੁੰਠ ਦੇ ਅੰਦਰ, ਸਵਰਗ ਲੋਕ ਦੇ ਅੰਦਰ ਸ਼ੇਸ਼ਨਾਗ ਦੀ ਜੋ ਸੇਜਾ ਹੈ। ਬ੍ਰਹਮ ਲੋਕ ਸ਼ਿਵ ਲੋਕ ਸਥਾਨਾ ਬ੍ਰਹਮ ਲੋਕ ਸ਼ਿਵ ਲੋਕ ਆਦਿ ਜੋ ਸਥਾਨ ਹਨ। ਸਵੇਤ ਦੀਪ ਤਜ ਲੋਕਾ ਲੋਕ ਸਵੇਤ ਦੀਪ ਤਜ ਲੋਕਾ ਲੋਕ। ਸਵੇਤ ਦੀਪ ਹੈ ਜੋ ਖੀਰ ਸਮੁੰਦਰ ਜਿਹਨੂੰ ਦੇਵਤਿਆਂ ਨੇ ਰਿੜਕਿਆ ਸੀ। ਸਵੇਤ ਇਹ ਜਿਹੜਾ ਇੱਥੇ ਸਵੇਤ ਦੀਪ ਦੱਸਿਆ ਗਿਆ, ਸਮੁੰਦਰ ਖੀਰ ਜਿਹੜਾ ਖੀਰ ਸਮੁੰਦਰ ਹੈ ਇਹਦਾ ਉੱਤਰ ਵਾਲੇ ਪਾਸੇ ਦਾ ਇੱਕ ਟਾਪੂ ਹੈ ਜਿਹੜਾ ਪੁਰਾਣਾ ਦੇ ਮੁਤਾਬਕ, ਪੁਰਾਣਾ ਵਿੱਚ ਲਿਖਿਆ ਗਿਆ, ਕਿਹਾ ਗਿਆ ਹੈ ਪੁਰਾਣਾ ਦੇ ਮੁਤਾਬਕ ਕਿ ਖੀਰ ਸਮੁੰਦਰ ਦਾ ਉੱਤਰ ਵਾਲਾ ਪਾਸਾ ਟਾਪੂ ਜਿਹੜਾ ਹੈ ਉਹ ਜਿੱਥੇ ਲక్ష్ਮੀ ਤੇ ਵਿਸ਼ਨੂੰ ਦਾ ਵਸ ਹੈ ਉਸ ਦਾ ਜ਼ਿਕਰ ਕਰ ਰਹੇ ਹਨ। ਤਜ ਲੋਕਾ ਲੋਕ ਇਹ ਇੱਕ ਪਹਾੜ ਮੰਨਿਆ ਗਿਆ, ਇੱਕ ਪਰਬਤ ਦਾ ਨਾਮ ਹੈ ਜਿਨੇ 7 ਸਮੁੰਦਰ ਤੇ ਸਾਰੀ ਪ੍ਰਿਥਵੀ ਨੂੰ ਘੇਰਿਆ ਹੋਇਆ ਹੈ, ਜਿਹਦਾ 13.5 ਯੋਜਨ ਜਿਹੜਾ ਹੈ ਉਹ ਉਚਾਈ ਕਈ ਲਿਖੀ ਗਈ ਹੈ ਇਸ ਪਹਾੜ ਦੀ। ਇਹ ਇੱਕ ਪਹਾੜ ਦਾ ਨਾਮ ਹੈ। ਪੁਰੀ ਅਯੁੱਧਿਆ ਆਦ ਅਸ਼ੋਕ ਅਯੁੱਧਿਆ ਪੁਰੀ ਆਦਿਕ ਜਿਹੜਾ ਹੈ ਇਹ ਇਲਾਕੇ ਜਿਹੜੇ ਹਨ। ਪੁੰਨ ਦੁਆਰਿਕਾ ਆਦਿਕ ਥਾਨ ਦੁਆਰਕਾ ਆਦਿਕ ਜਿਹੜੇ ਸਥਾਨ ਹਨ। ਸਭ ਕੋ ਤਜ ਕਰ ਸ਼੍ਰੀ ਭਗਵਾਨ ਪੁਰਾਣਾਂ ਦੇ ਮੁਤਾਬਕ ਮੰਨਿਆ ਗਿਆ ਕਿ ਇਸ ਸਥਾਨਾਂ ਤੇ ਪ੍ਰਭੂ ਨਿਵਾਸ ਰੱਖਦਾ ਹੈ। ਸਾਹਿਬ ਜੀ ਕਹਿਣ ਲੱਗੇ ਸਭ ਕੋ ਤਜ ਕਰ ਸ਼੍ਰੀ ਭਗਵਾਨ, ਜਿਹੜੇ ਇਹ ਸਥਾਨ ਮੰਨੇ ਗਏ ਨੇ ਭਗਵਾਨ ਦਾ ਜਿੱਥੇ ਵਸਦਾ ਪੁਰਾਣਾਂ ਦੇ ਮੁਤਾਬਕ, ਕਹਿੰਦੇ ਇਹਨਾਂ ਸਾਰੇ ਸਥਾਨਾਂ ਨੂੰ ਛੱਡ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਜੋ ਭਗਵਾਨ ਹੈ। ਸ਼੍ਰੀ ਗੁਰ ਰਾਮਦਾਸ ਦਰਬਾਰਾ ਆਨ ਬਸੇ ਇਸ ਥਾਨ ਉਧਾਰਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬ੍ਰਹਮਪੁਰੀ ਨੂੰ, ਸ਼ਿਵਪੁਰੀ ਨੂੰ, ਅਯੁੱਧਿਆ, ਦਵਾਰਕਾ, ਸਮੁੰਦਰ ਖੀਰ ਦਾ ਇਲਾਕਾ, ਉਹ ਜਿਹੜਾ ਮੇਰ ਵੱਡਾ ਪਰਬਤ ਹੈ ਉਸ ਇਲਾਕੇ ਨੂੰ, ਉਸ ਸਥਾਨਾਂ ਨੂੰ ਛੱਡ ਕੇ ਉਹ ਜਿਹੜਾ ਭਗਵਾਨ ਵਾਹਿਗੁਰੂ ਪਰਮੇਸ਼ਰ ਹੈ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਦੇ ਦਰਬਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਆਣ ਵਸੇ ਹਨ, ਆਪਣਾ ਨਿਵਾਸ ਕੀਤਾ ਹੈ। ਕਲੀ ਕਾਲ ਮੈਂ ਇਸੀ ਸਮਾਨ ਤੇ ਕਲਯੁਗ ਦੇ ਵਿੱਚ ਇਸੇ ਸਮਾਨ ਇਸੇ ਤਰ੍ਹਾਂ ਨਾਹੀ ਨਾ ਆਨ ਸਥਾਨ ਮਹਾਨ ਇਸ ਸਥਾਨ ਦੇ ਬਰਾਬਰ ਹੋਰ ਕੋਈ ਥਾਂ ਨਹੀਂ ਹੋਵੇਗੀ। ਤਾਂ ਹੀ ਤਾਂ ਕਹਿ ਦਿੱਤਾ ਡਿਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਦਾਤਾ ਤਾਂ ਤੂੰ ਸੋਇਆ ਵਸਦੇ ਸਗਣੇ ਅਪਾਰ ਅਨੂਪ ਰਾਮਦਾਸ ਪੁਰ ਹਰਹਾ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਕਹਿਣ ਲੱਗੇ ਇਸੇ ਸਥਾਨ ਦੇ ਬਰਾਬਰ ਹੋਰ ਕੋਈ ਥਾਂ ਦੁਨੀਆ ਵਿੱਚ ਨਹੀਂ ਹੋਵੇਗੀ। ਕਲੀ ਕਾਲ ਕਲਯੁਗ ਦੇ ਸਮੇਂ ਅੰਦਰ
ਇਸ ਦੀ ਬਰਾਬਰੀ ਕਰਨ ਵਾਲਾ ਹੋਰ ਕੋਈ ਥਾਂ ਨਹੀਂ ਹੋਵੇਗਾ। तीन लोकपति जहां विराजे ਤਿੰਨ ਭਵਨਾਂ ਦੇ ਪਤੀ ਪਰਮੇਸ਼ਰ ਮਾਲਕ ਉਹ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਣ ਬਰਾਜੇ ਹਨ, ਸੁਸ਼ੋਭਿਤ ਹੋਏ ਹਨ। भोगवती सुरपुर पिख लाजे ਤੇ ਜਿਹੜੇ ਨਾਗਾਂ ਦੀ ਰਾਜਧਾਨੀ ਹੈ ਜੋ ਪਤਾਲ ਵਿੱਚ ਵਸਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਜੀ ਆਣ ਬਰਾਜੇ ਹਨ। सब स्थान की श्री चल आई ਸਾਰੇ ਸਥਾਨਾਂ ਦੀ ਜਿਹੜੀ ਲక్ష్ਮੀ ਹੈ ਉਹ ਸੇਵਾ ਕਰਨ ਦੇ ਲਈ ਸ੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਵਿਖੇ ਆਣ ਪਹੁੰਚੀ ਹੈ। आन वसी श्री गुर शरनाई ਉਹ ਲక్ష్ਮੀ ਵੀ ਸੇਵਾ ਕਰਨ ਦੇ ਲਈ ਇਸ ਸ੍ਰੀ ਰਾਮਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਇਸ ਸਥਾਨ ਤੇ ਆ ਕੇ ਉਸਨੇ ਵੀ ਵਸਣਾ ਕੀਤਾ ਹੈ। तन तन श्री गुर दरबारा ਧੰਨ ਹੈ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਦਰਬਾਰ ਧੰਨ ਹੈ। पैयत जहां पदार्थ चारा ਜਿੱਥੇ ਪਾਵਨ ਅਸਥਾਨ ਤੋਂ ਚਾਰੇ ਪਦਾਰਥ ਜਿਹੜੇ ਹਨ ਜੀਵ ਨੂੰ ਪ੍ਰਾਪਤ ਹੁੰਦੇ ਹਨ। ਚਾਰੇ ਪਦਾਰਥਾਂ ਦੀ ਇੱਥੋਂ ਪ੍ਰਾਪਤ ਹੁੰਦੀ ਹੈ, ਅਰਥ ਕਾਮ ਮੋਖ ਮੋਕਸ਼ ਆਦਿਕ ਚਾਰੇ ਪਦਾਰਥ ਇੱਥੋਂ ਪ੍ਰਾਪਤ ਹੁੰਦੇ ਹਨ। इम उत्साहत दिवस बितायो ਇਸ ਤਰ੍ਹਾਂ ਬੜੇ ਉਤਸ਼ਾਹ ਦੇ ਨਾਲ ਬੜੀ ਪ੍ਰਸੰਨਤਾ ਦੇ ਨਾਲ ਇਹ ਸਾਰਾ ਦਿਨ ਬਤੀਤ ਕੀਤਾ ਗਿਆ। संध्या पई तरन अस्तायो ਤੇ ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਸੂਰਜ ਜਦੋਂ ਛਿਪਿਆ ਹੈ, ਸ਼ਾਮ ਦਾ ਸਮਾਂ ਹੋਇਆ बुड्ढे पूजन की नस तबे ਤੇ ਹੁਣ ਜਦੋਂ ਸੰਧਿਆ ਦਾ ਸਮਾਂ ਜਾਣਿਆ, ਸ਼ਾਮ ਦਾ ਵੇਲਾ ਜਾਣਦਿਆਂ ਹੋਇਆਂ ਬਾਬਾ ਬੁੱਢਾ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ग्रंथ रहे कित निस में अबे ਕਹਿਣ ਲੱਗੇ ਕਿ ਹੁਣ ਧੰਨ ਆਦ ਸ੍ਰੀ ਗ੍ਰੰਥ ਜੀ ਇਹ ਕਿਸ ਸਥਾਨ ਤੇ ਰਹਿਣਗੇ, ਇਹਨਾਂ ਦਾ ਵਿਸ਼ਰਾਮ ਕਿਸ ਸਥਾਨ ਤੇ ਕਰਵਾਇਆ ਜਾਵੇ। जहां आपकी आयस होए ਸਤਿਗੁਰੂ ਪਾਤਸ਼ਾਹ ਜੀ ਜਿੱਥੇ ਵੀ ਆਪ ਜੀ ਦੀ ਆਗਿਆ ਹੋਵੇ, ਜਿੱਥੇ ਵੀ ਆਪ ਜੀ ਆਗਿਆ ਕਰੋ। करें सिख मर्यादा सोए ਤੇ ਆਪ ਜੀ ਦੀ ਆਗਿਆ ਅਨੁਸਾਰ ਉਸੇ ਤਰ੍ਹਾਂ ਆਪ ਜੀ ਦੇ ਸਿੱਖ ਉਹ ਮਰਿਆਦਾ ਨੂੰ ਨਿਭਾਉਣਗੇ ਜਿਵੇਂ ਆਪ ਜੀ ਮਰਿਆਦਾ ਕਾਇਮ ਕਰੋਗੇ। श्री गुर कयो प्रभु दरबारा ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਪ੍ਰਭੂ ਦਾ ਦਰਬਾਰ ਹੈ। ग्रंथ परमेश्वर को अवतारा ਉੱਥੇ ਪਰਮੇਸ਼ਰ ਕਾ ਥਾਨ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਹਨ। डेढ़ जाम जामन जब जाए ਜਦੋਂ ਡੇਢ ਜਾਵਨੇ ਡੇਢ ਪੈਰ ਰਾਤ ਬਾਕੀ ਰਹਿ ਜਾਵੇ पठे सोहेला कीर्तन गाए ਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਜਾਵੇ। ਅੱਜ ਜਦੋਂ ਵੀ ਸ਼ਾਮ ਸਮੇਂ ਆਪਾਂ ਰਾਤ ਦੇ ਸਮੇਂ ਦੇਖਦੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸੁਖ ਆਸਨ ਦੀ ਸੇਵਾ ਕੀਤੀ ਜਾਂਦੀ ਹੈ, ਉਸ ਵਕਤ ਨਾਲ ਨਾਲ ਗ੍ਰੰਥੀ ਸਿੰਘ ਸੋਹਿਲਾ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੋਹਿਲਾ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕੀਤਾ ਜਾਵੇ। बोहरो ले जाओ असवारा ਸੋਹਿਲਾ ਸਾਹਿਬ ਦਾ ਪਾਠ ਕਰਕੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਸਵਾਰੀ ਬੜੇ ਅਦਬ ਸਤਿਕਾਰ ਦੇ ਨਾਲ ਲਿਜਾਈ ਜਾਵੇ। जिसी कोठरी रहन हमारा ਤੇ ਕਿਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੋਠਾ ਸਾਹਿਬ ਵਾਲੇ ਸਥਾਨ ਤੇ ਜਿੱਥੇ ਸਾਡਾ ਨਿਵਾਸ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਆਪਾਂ ਜਾਂਦੇ ਹਾਂ ਦਰਸ਼ਨ ਕਰਨ ਵਾਸਤੇ ਤੇ ਸਾਹਮਣੇ ਜਾ ਕਰਕੇ ਜਦੋਂ ਅੰਦਰ ਪ੍ਰਵੇਸ਼ ਕਰਦੇ ਹਾਂ ਖੱਬੇ ਹੱਥ ਆਪ ਜੀ ਦਰਸ਼ਨ ਕਰਦੇ ਹੋ ਕੋਠਾ ਸਾਹਿਬ ਵਾਲੇ ਅਸਥਾਨ ਦੇ। ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣਾ ਨਿਵਾਸ ਕਰਦੇ ਸਨ। ਕਹਿਣ ਲੱਗੇ ਜਿੱਥੇ ਕੋਠਾ ਸਾਹਿਬ ਵਾਲਾ ਅਸਥਾਨ ਹੈ, ਜਿੱਥੇ ਸਾਡਾ ਨਿਵਾਸ ਹੈ, ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਸਵਾਰੀ ਲਿਜਾਈ ਜਾਵੇ। तहां निवास करो जुतमान ਤੇ ਉੱਥੇ ਜਾ ਕੇ ਬੜੇ ਆਦਰ ਦੇ ਨਾਲ ਬੜੇ ਅਦਬ ਸਤਕਾਰ ਦੇ ਨਾਲ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪਲੰਘ ਦੇ ਉੱਤੇ ਬਿਰਾਜਮਾਨ ਕਰਾਇਆ ਜਾਵੇ। ਉਹ ਮਰਿਆਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਕਾਇਮ ਕਰ ਗਏ। ਅੱਜ ਨਿਰੰਤਰ ਉਸੇ ਤਰ੍ਹਾਂ ਉਹ ਮਰਿਆਦਾ ਚੱਲ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਇਸ ਵਾਰੇ ਸ਼ਾਮ ਸਮੇਂ ਪਾਲਕੀ ਸਾਹਿਬ ਦੇ ਅੰਦਰ ਸੁਸ਼ੋਭਿਤ ਹੋ ਕਰਕੇ ਬਾਣੀ ਦਾ ਗਾਇਨ ਕਰਦੀਆਂ, ਸਿਮਰਨ ਕਰਦੀਆਂ ਸੰਗਤਾਂ ਕੋਠਾ ਸਾਹਿਬ ਵਾਲੇ ਸਥਾਨ ਤੇ ਪਹੁੰਚਦੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਿਰਾਜਮਾਨ ਹੁੰਦੇ ਨੇ। ਫਿਰ ਸਤਿਗੁਰੂ ਜੀ ਦੀ ਅਸੀਸ ਲੈ ਕੇ ਸੰਗਤਾਂ ਘਰਾਂ ਨੂੰ ਚਾਲੇ ਪਾਉਂਦੀਆਂ ਨੇ। ਉਹ ਮਰਿਆਦਾ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਾਇਮ ਕੀਤੀ, ਉਸੇ ਤਰ੍ਹਾਂ ਨਿਰੰਤਰ ਚੱਲ ਰਹੀ ਹੈ ਕਿ ਕੋਠਾ ਸਾਹਿਬ ਵਾਲੇ ਸਥਾਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਬਿਰਾਜਮਾਨ ਕਰਵਾਇਆ ਜਾਵੇ। ਜਾਮ ਡੇਢ ਜਾਮਨ ਰਹਿ ਆਨ, ਤੇ ਜਦੋਂ ਡੇਢ ਪਹਿਰ ਰਾਤ ਹੋਰ ਬਤੀਤ ਹੋ ਜਾਵੇ, ਸ਼੍ਰੀ ਹਰਿਮੰਦਰ ਤਬੇ ਇਸ਼ਨਾਨੋ, ਤੇ ਫਿਰ ਸ਼੍ਰੀ ਹਰਿਮੰਦਰ ਸਾਹਿਬ ਪਾਵਨ ਅਸਥਾਨ ਦੇ ਇਸ਼ਨਾਨ ਕਰਾਏ ਜਾਣ। ਅਜੋ ਦੇਖ ਲੋ ਮਰਿਆਦਾ ਉਸੇ ਤਰ੍ਹਾਂ ਚੱਲ ਰਹੀ ਹੈ। ਰਾਤ 12 ਵਜੇ ਸ਼੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਆਰੰਭ ਹੋ ਜਾਂਦੀ ਹੈ। ਸੰਗਤਾਂ ਬਹੁਤ ਪ੍ਰੇਮ ਭਾਵਨਾ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਨੇ। ਉਹ ਮਰਿਆਦਾ ਆਪ ਬੰਨ ਰਹੇ ਨੇ ਮੇਰੇ ਪ੍ਰੀਤਮ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਸਾਰੀ ਮਰਿਆਦਾ ਕਾਇਮ ਕਰ ਰਹੇ ਨੇ। ਕਹਿਣ ਲੱਗੇ ਜਦੋਂ ਡੇਢ ਪਹਿਰ ਉਹ ਰਾਤ ਬਤੀਤ ਹੋਵੇ ਤੇ ਜਾ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਪਾਵਨ ਅਸਥਾਨ ਦੇ ਇਸ਼ਨਾਨ ਕਰਵਾਏ ਜਾਣ। ਹਰਸ਼ ਅਨੇਕ ਭਾਂਤ ਕੇ ਠਾਨੋ, ਤੇ ਇਸ਼ਨਾਨ ਕਰਵਾਉਣ ਉਪਰੰਤ ਸੋਹਣੇ ਸੁੰਦਰ ਫਰਸ਼ ਵਿਛਾਏ ਜਾਣ, ਗਲੀਚੇ ਵਿਛਾਏ ਜਾਣ, ਸੋਹਣੀ ਵਿਛਾਈ ਕੀਤੀ ਜਾਵੇ। ਦੀਪਕ ਸਦਾ ਕ੍ਰਿਤ ਕੋ ਬਾਰੋ, ਤੇ ਜਿੱਥੇ ਸਦਾ ਹੀ ਦੇਸੀ ਘਿਓ ਦੀ ਜੋਤ ਜਗਾਈ ਜਾਵੇ। ਦੇਸੀ ਘਿਓ ਦੀ ਜੋਤ ਜਿੱਥੇ ਸਦਾ ਜਗਦੀ ਰਹੇ। ਜਦੋਂ ਬੜੇ ਬੜੇ ਹਮਲਾਵਰ ਚੜ ਕੇ ਆਏ ਸ਼੍ਰੀ ਹਰਿਮੰਦਰ ਸਾਹਿਬ ਤੇ, ਜਿਨ੍ਹਾਂ ਨੇ ਹਮਲਾ ਕੀਤਾ, ਤੇ ਗੁਰੂ ਕੇ ਸਿੱਖ ਦੇਖੋ ਜਾਨ ਦੀ ਪ੍ਰਵਾਹ ਨਹੀਂ, ਸਰੋਵਰ ਦੇ ਵਿੱਚੋਂ ਦੇ ਨਿਕਲ ਕੇ ਜਾ ਕਰਕੇ ਪਹੁੰਚ ਕੇ ਸੰਧਿਆ ਸਮੇਂ ਸ਼ਾਮ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਜੋਤ ਜਗਾ ਕੇ ਆਉਂਦੇ ਸਨ। ਜਾਨ ਦੀ ਪ੍ਰਵਾਹ ਨਹੀਂ ਸਨ ਕਰਦੇ। ਉਹ ਮਰਿਆਦਾ ਨੂੰ ਸਿੱਖਾਂ ਨੇ ਫਿਰ ਵੀ ਉਸੇ ਵਕਤ ਕਾਇਮ, ਉਸੇ ਸਮੇਂ ਕਾਇਮ ਰੱਖਿਆ। ਭਾਵੇਂ ਜੰਗਲਾਂ ਵਿੱਚ ਰਹਿ ਰਹੇ ਨੇ, ਸ਼ੰਭਾਂ ਵਿੱਚ ਰਹਿ ਰਹੇ ਨੇ, ਘਰ-ਬਾਰ ਛੱਡੇ ਹੋਏ ਨੇ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਕਾਇਮ ਕੀਤੀ ਮਰਿਆਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਸੰਧਿਆ ਸਮੇਂ ਪਹੁੰਚ ਕਰਕੇ ਉਹ ਜੋਤ ਜਗਾ ਕੇ ਆਉਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇੱਥੇ ਹਰ ਵਕਤ ਦੇਸੀ ਘਿਓ ਦੀ ਜੋਤ ਜਿਹੜੀ ਆ ਉਹ ਜਗਾਈ ਜਾਵੇ। ਜਾਮ ਨਿਸਾ ਜਬ ਰਹੀ ਨਿਹਾਰੋ, ਤੇ ਜਦੋਂ ਇੱਕ ਪਹਿਰ ਰਾਤ ਜਿਹੜੀ ਆ ਉਹ ਬਾਕੀ ਰਹਿ ਜਾਵੇ, ਰਾਗੀ ਆਸਾ ਵਾਰ ਸੁਗਾਵੇ, ਤੇ ਰਾਗੀ ਸਿੰਘ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰਨ। ਆਸਾ ਕੀ ਵਾਰ ਦਾ ਕੀਰਤਨ ਪਹਿਲਾਂ ਆਰੰਭ ਹੋ ਜਾਂਦਾ ਹੈ। 3 ਪਹਿਰੇ ਦੀ ਚੌਂਕੀ, 3 ਪਹਿਰੇ ਦੀ ਚੌਂਕੀ ਤੋਂ ਬਾਅਦ ਆਸਾ ਕੀ ਵਾਰ ਦਾ ਕੀਰਤਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਰੰਭ ਹੁੰਦਾ ਹੈ। ਬਾਅਦ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਵਾਰੀ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਸਾਰੀ ਮਰਿਆਦਾ ਜਿਹੜੀ ਉਹ ਕਾਇਮ ਕਰ ਰਹੇ ਨੇ ਕਿ ਆਸਾ ਕੀ ਵਾਰ ਦਾ ਕੀਰਤਨ ਰਾਗੀ ਸਿੰਘ ਆਰੰਭ ਕਰਦੇ ਹਨ। ਅਨਕ ਰਾਗ ਕੇ ਸ਼ਬਦ ਸੁਣਾਵੇ, ਤੇ ਰਾਗ ਦੇ ਵਿੱਚ ਅਨੇਕ ਪ੍ਰਕਾਰ ਦੇ ਸ਼ਬਦ ਜਿਹੜੇ ਨੇ ਉਹ ਗਾਇਨ ਕਰਕੇ ਸੰਗਤਾਂ ਨੂੰ ਸਰਵਨ ਕਰਵਾਉਣ। ਦ્વੈ ਕਟਿਕਾ ਜਾਮਨ ਰਹਿ ਜਬੇ, 2 ਘੜੀਆਂ ਰਾਤ ਬਾਕੀ ਜਦੋਂ ਰਹਿ ਜਾਵੇ, ਆਨੋ ਸ਼੍ਰੀ ਗ੍ਰੰਥ ਸਾਹਿਬ ਤਬੇ, ਤੇ 2 ਘੜੀਆਂ ਰਾਤ ਰਹਿੰਦਿਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਸਵਾਰੀ ਕੋਠਾ ਸਾਹਿਬ ਵਾਲੇ ਅਸਥਾਨ ਤੋਂ ਲਿਆਂਦੀ ਜਾਵੇ। ਵਾਰ ਭੋਗ ਤੇ ਖੋਲ ਪੜੀ ਜੈ, ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਕੇ ਤੇ ਪਾਵਨ ਮੁਖ ਵਾਕ ਹੁਕਮਨਾਮਾ ਲਿਆ ਜਾਵੇ। ਇਸੀ ਪ੍ਰਕਾਰ ਕਾਰ ਨਿਤ ਕੀਜੈ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਸੇ ਪ੍ਰਕਾਰ ਹਰ ਰੋਜ਼ ਦੀ ਹੁਣ ਮਰਿਆਦਾ ਇਸੇ ਤਰ੍ਹਾਂ ਨਿਭਾਉਣੀ ਹੈ। ਇਹ ਕਾਰਜ ਹਰ ਰੋਜ਼ ਇਸੇ ਤਰ੍ਹਾਂ ਕਰਨਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿੱਥੇ ਵੱਡੇ 2 ਕਾਰਜ ਕੀਤੇ, ਸ਼੍ਰੀ ਹਰਿਮੰਦਰ ਸਾਹਿਬ ਪਾਵਨ ਅਸਥਾਨ ਤਿਆਰ ਕਰਵਾਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬੀੜ ਤਿਆਰ ਕਰਵਾਈ, ਤੇ ਨਾਲ ਸਾਰੀ ਮਰਿਆਦਾ ਵੀ
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਕਾਇਮ ਕੀਤੀ। ਉਹ ਮਰਿਆਦਾ ਆਪ ਬੰਨ੍ਹ ਦਿੱਤੀ ਕਿ ਇਸ ਮਰਿਆਦਾ ਦੇ ਮੁਤਾਬਕ ਨਿਤਾ ਪ੍ਰਤ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਸਾਰੀ ਮਰਿਆਦਾ ਨੂੰ ਨਿਭਾਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹਰ ਰੋਜ਼ ਦੀ ਕਾਰ ਇਸੇ ਤਰ੍ਹਾਂ ਕਰਨੀ ਹੈ, ਸੇਵਾ ਨਿਭਾਉਣੀ ਹੈ। ਇਮ ਕੈ ਸ਼੍ਰੀ ਗੁਰ ਬੈਠ ਰਹਾਏ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੁਝ ਸਮਾਂ ਬੈਠੇ ਹਨ, ਮਰਿਆਦਾ ਜਿਹੜੀ ਕਾਇਮ ਕੀਤੀ ਗਈ। ਜੋ ਕੀ ਸੁਨੀ ਕਾਨੜਾ ਗਾਏ। ਤੇ ਫਿਰ ਕਾਨੜੇ ਦੀ ਚੌਂਕੀ ਜਿਹੜੀ ਹੈ ਉਹ ਰਾਗੀ ਸਿੰਘਾਂ ਨੇ ਪਵਿੱਤਰ ਬਾਣੀ ਦਾ ਗਾਇਨ ਕੀਤਾ। ਕਾਨੜੇ ਦੀ ਚੌਂਕੀ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕਰਕੇ ਪਾਵਨ ਬਾਣੀ ਸਰਵਣ ਕੀਤੀ ਹੈ। ਬਹੁਰ ਸੋਇਲਾ ਪਟ ਕਰ ਪਾਸ। ਤੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸੁਖ ਆਸਨ ਦੀ ਸੇਵਾ ਕੀਤੀ ਗਈ। ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਹੋਇਆ। ਉਠ ਤਬ ਸਭ ਕੀ ਨਸ ਅਰਦਾਸ। ਤੇ ਫਿਰ ਸਾਰੀ ਸੰਗਤ ਖੜੀ ਹੋਈ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਅਰਦਾਸ ਕੀਤੀ ਗਈ ਸਮਾਪਤੀ ਦੀ। ਬੁੱਢੇ ਗ੍ਰੰਥ ਲੀਨ ਸਿਰ ਧਾਰੀ। ਤੇ ਫਿਰ ਬਹੁਤ ਅਦਬ ਸਤਕਾਰ ਦੇ ਨਾਲ ਬਾਬਾ ਬੁੱਢਾ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਆਪਣੇ ਸੀਸ ਤੇ ਸਜਾਇਆ ਹੈ। ਜਵਰ ਕਰੇ ਗੁਰ ਵਾਰੰਗ ਵਾਰੀ। ਤੇ ਵਾਰ-ਵਾਰ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੌਰ ਸਾਹਿਬ ਕਰ ਰਹੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਚਵਰ ਦੀ ਸੇਵਾ ਨਿਭਾ ਰਹੇ ਨੇ, ਵਾਰ-ਵਾਰ ਚੌਰ ਕਰ ਰਹੇ ਹਨ। ਸੰਖਨ ਕੀ ਧੁਨ ਕੀਨ ਵਿਸਾਲਾ। ਤੇ ਸੰਖਾਂ ਦੇ ਉੱਚੇ ਧੁਨ ਗੂੰਜੀ ਹੈ। ਉੱਚੀ ਧੁਨ ਦੇ ਵਿੱਚ ਸੰਖ ਜਿਹੜੇ ਹਨ ਉਹ ਵਜਾਏ ਗਏ ਹਨ। ਬਾਦਿਤ ਅਪਰ ਭਜੇ ਤਿਸ ਕਾਲਾ। ਤੇ ਉਸ ਵਕਤ ਬਹੁਤ ਸਾਰੇ ਜਿਹੜੇ ਸਾਜ਼ ਹਨ ਉਹ ਵਜਾਏ ਗਏ ਹਨ। ਰਹੇ ਕੋਠਰੀ ਮੈਂ ਗੁਰ ਸਦਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਣ ਸਦਾ ਹੀ ਕੋਠਾ ਸਾਹਿਬ ਵਾਲੇ ਅਸਥਾਨ ਵਿਖੇ ਰਹਿੰਦੇ ਹਨ। ਗਮਨੇ ਸਦਨ ਆਪਨੇ ਕਦਾ। ਤੇ ਆਪਣੇ ਘਰ ਜਿੱਥੇ ਗੁਰੂ ਕੇ ਮਹਿਲ ਅਸਥਾਨ ਸਤਿਗੁਰੂ ਪਾਤਸ਼ਾਹ ਜੀ ਦਾ ਨਿਵਾਸ ਸੀ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਘਰ ਦੇ ਵਿੱਚ ਕਦੀ-ਕਦੀ ਜਾਂਦੇ ਹਨ। ਇਹ ਸਥਾਨ ਲੈ ਕਰ ਜਬ ਗਏ। ਤੇ ਇਸ ਸਥਾਨ ਤੇ ਜਦੋਂ ਲੈ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਏ, ਸੁਟ ਪਰਿਅੰਕ ਤਬ ਦਸੰਤ ਪਾਏ। ਤੇ ਜਦੋਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਪਲੰਗ ਸਾਹਿਬ ਤੇ ਪਲੰਗ ਦੇ ਉੱਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਣਗੇ, ਤੇ ਸਤਿਗੁਰੂ ਜੀ ਆਪ ਜੀ ਦਾ ਆਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇਖੋ ਅਦਬ ਸਤਕਾਰ ਬਾਣੀ ਦਾ ਆਪ ਕੀਤਾ ਹੈ, ਉਹ ਮਰਿਆਦਾ ਕਾਇਮ ਕੀਤੀ ਹੈ, ਸਾਨੂੰ ਕਰਨਾ ਸਿਖਾਇਆ ਹੈ। ਕਹਿਣ ਲੱਗੇ ਸਾਡਾ ਜਿਹੜਾ ਆਸਨ ਹੈ ਨੀਚੇ ਜ਼ਮੀਨ ਤੇ ਲਾਇਆ ਜਾਵੇ। ਅੱਜ ਵੀ ਆਪ ਜਦੋਂ ਜਾਂਦੇ ਹੋ ਦੀਦਾਰ ਕਰਦੇ ਹੋ, ਪਲੰਗ ਦੇ ਨੀਚੇ ਚਿੱਟੀ ਚਾਦਰ ਵਿਛਾਈ, ਉਹ ਸੰਕੇਤ ਹੈ ਉਸ ਵਕਤ ਉਸ ਸਮੇਂ ਦਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਦਿਨ ਤੋਂ ਆਪਣਾ ਆਸਨ ਨੀਚੇ ਧਰਤੀ ਤੇ ਲਾਉਂਦੇ ਹਨ। ਸੇਜ ਬੰਦ ਗੁੰਫੇ ਵੱਡ ਜਰੀ। ਤੇ ਬੜੇ ਬੜੇ ਜਰੀਦਾਰ ਬੜੇ ਸੋਹਣੇ ਸੁੰਦਰ ਵਿਛਾ ਕਰਕੇ ਸੇਜ ਤਿਆਰ ਕੀਤੀ ਗਈ। ਸੁੰਦਰ ਫੂਲਨ ਮਾਲਾ ਧਰੀ। ਤੇ ਬੜੀਆਂ ਬੜੀਆਂ ਸੋਹਣੀਆਂ ਸੁੰਦਰ ਦੀਆਂ ਮਾਲਾਵਾਂ ਫੁੱਲਾਂ ਦੀਆਂ ਤਿਆਰ ਕਰਕੇ, ਖੁਸ਼ਬੂਦਾਰ ਬੜੇ ਸੋਹਣੇ ਸੁੰਦਰ ਫੁੱਲ ਪਰੋ ਕਰਕੇ, ਮਲਾਵਾਂ ਪਰੋ ਕਰਕੇ ਰੱਖੀਆਂ ਗਈਆਂ। ਤਹਾ ਨਿਵਾਸ ਗ੍ਰੰਥ ਕੋ ਕੀਨੋ। ਤੇ ਐਸਾ ਸੋਹਣਾ ਸੁੰਦਰ ਸਥਾਨ ਤਿਆਰ ਕਰਕੇ ਪਲੰਗ ਦੇ ਉੱਪਰ ਸੋਹਣੀ ਸੁੰਦਰ ਵਿਛਾਈ ਕੀਤੀ ਹੈ, ਫੁੱਲਾਂ ਦੀਆਂ ਮਲਾਵਾਂ ਰੱਖੀਆਂ ਗਈਆਂ, ਸੋਹਣੇ ਸੁੰਦਰ ਸੇਜਾ ਤਿਆਰ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਬਿਰਾਜਮਾਨ ਕਰਵਾਇਆ ਗਿਆ। ਸ਼੍ਰੀ ਗੁਰ ਭੂਤਲ ਨਿਕਟ ਅਸੀਨੋ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਿਥਵੀ ਦੇ ਉੱਤੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਆਸਨ ਲਾਇਆ ਹੈ। ਕਬ ਕਬ ਸਦਨ ਆਪਨੇ ਜਾਏ। ਕਦੀ ਕਦੀ ਸਤਿਗੁਰੂ ਜੀ ਆਪਣੇ ਘਰ ਜਾਂਦੇ ਹਨ। ਨਾਏ ਤਰੈ ਗ੍ਰੰਥ ਕੇ ਪਾਹੇ। ਤੇ ਸਦਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਕੋਲ ਰਹਿੰਦੇ ਨੇ। ਘਰ ਕਦੀ ਕਦੀ ਜਾਂਦੇ ਨੇ ਤੇ ਸਦਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰਹਿੰਦੇ ਨੇ।
ਪਿਛਲੇ ਸਮਿਆਂ ਦੌਰਾਨ ਬੜੀਆਂ ਦਰਦਨਾਕ ਘਟਨਾਵਾਂ ਜੋ ਵਾਪਰੀਆਂ, ਉਹ ਸ਼ੈਤਾਨ ਲੋਕਾਂ ਵੱਲੋਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੇ ਵਿੱਚੋਂ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ, ਜਿਸ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚੋਂ ਸੰਸਾਰ ਦਾ ਮਨੁੱਖ ਜੀਵਨ ਦੀ ਸੇਧ ਪ੍ਰਾਪਤ ਕਰਦਾ ਹੈ, ਜੀਵਨ ਦੀ ਜੁਗਤ ਪ੍ਰਾਪਤ ਕਰਦਾ ਹੈ, ਜਿਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿੱਖ ਦਾ ਮਸਤਕ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਝੁਕਦਾ ਹੈ। ਸੋ ਉਹਨਾਂ ਵੱਲੋਂ ਅਜਿਹੀਆਂ ਜਿਹੜੀਆਂ ਨੇ ਨਿੰਦਣਯੋਗ ਘਟਨਾਵਾਂ ਕੀਤੀਆਂ। ਉਸ ਸਮੇਂ ਕਈ ਜਗ੍ਹਾ ਤੇ ਅਜਿਹੀਆਂ ਗੱਲਾਂ ਸੁਣ ਕੇ ਮਨ ਬੜਾ ਹੈਰਾਨ ਹੋਇਆ। ਇੱਕ ਨਗਰ ਦੀ ਗੱਲ ਉਹ ਗ੍ਰੰਥੀ ਸਿੰਘ ਦੱਸਣ ਲੱਗਾ, ਕਹਿਣ ਲੱਗੇ ਕਿ ਜਦੋਂ ਮੈਂ ਨਗਰ ਵਿੱਚ ਗੱਲ ਕੀਤੀ ਕਿ ਆਪਾਂ ਰਾਤ ਨੂੰ ਪਹਿਰੇ ਦੀ ਡਿਊਟੀ ਜਿਹੜੀ ਆ ਉਹ ਬੰਨ ਦਈਏ ਘਰ ਸੇਤੀ, ਤੇ ਅੱਗੋਂ ਆਵਾਜ਼ ਆਈ ਕਿ ਦਿਹਾੜੀ ਤੇ ਰੱਖ ਲੈਨੇ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਦੋਂ ਤੋਂ ਕੋਠਾ ਸਾਹਿਬ ਵਾਲੇ ਸਥਾਨ ਤੇ ਆ ਕੇ ਬਿਰਾਜਮਾਨ ਹੁੰਦੇ ਨੇ ਤੇ ਸਦਾ ਕੋਲ ਰਹਿੰਦੇ ਨੇ। ਤੇ ਅੱਜ ਜਦੋਂ ਕਿਤੇ ਸਮਾਂ ਜਿਹਾ ਬਣ ਆਉਂਦਾ ਹੈ ਤੇ ਸਿੱਖਾਂ ਦੇ ਮਨਾਂ ਅੰਦਰ ਜਦੋਂ ਕੋਈ ਉਹਨਾਂ ਦੇ ਐਸਾ ਜਿਹਾ ਬਚਨ ਸੁਣੀਦਾ ਤੇ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਕਿ ਅਸੀਂ ਕਿੱਥੇ ਜਾ ਖੜੇ ਹਾਂ, ਕਿ ਅਸੀਂ ਸਤਿਗੁਰੂ ਪਾਤਸ਼ਾਹ ਜੀ ਲਈ, ਗੁਰੂ ਕੇ ਸਿੱਖ, ਸਤਿਗੁਰ ਦੇ ਘਰਦਾਰ ਦੀ ਚੋਬਦਾਰੀ ਕਰਨੀ, ਸਤਿਗੁਰ ਦੇ ਘਰ ਦੀ ਚਾਕਰੀ ਕਰਨੀ, ਇਹ ਤਾਂ ਉੱਤਮ ਕਰਮ ਹੋਣ, ਉੱਤਮ ਭਾਗ ਹੋਣ। ਓਏ ਵਿਚਾਰੇ ਕਿਆ ਕਰਾਂ ਜਾਂ ਭਾਗ ਧੁਰ ਮੰਦੇ, ਜਿਨ੍ਹਾਂ ਦੇ ਧੁਰ ਤੋਂ ਮਸਤਕ ਦੇ ਭਾਗ ਹੀ ਚੰਗੇ ਨਹੀਂ, ਉਹਨਾਂ ਦੇ ਬਚਨ ਨੇ, ਉਹ ਇਹ ਗੱਲਾਂ ਕਰਦੇ ਨੇ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਸਤਿਗੁਰੂ ਦੇ ਘਰ ਦੀ ਜਿੰਨੀ ਸੇਵਾ ਦਾ ਸਮਾਂ ਮਿਲ ਜੇ ਜੀਵਨ ਅੰਦਰ, ਤਾਂ ਉਹੀ ਸਮਾਂ ਸਫਲ ਹੈ ਜਿਹੜਾ ਸਤਿਗੁਰ ਦੇ ਘਰ-ਦਰ ਦੇ ਵਿੱਚ ਰਹਿੰਦਿਆਂ ਬਤੀਤ ਹੋਣਾ ਹੈ, ਜਿਹੜਾ ਸਤਿਗੁਰ ਦੀ ਸੇਵਾ ਵਿੱਚ ਰਹਿੰਦਿਆਂ ਵਿਚਰਦਿਆਂ ਹੋਇਆਂ ਬਤੀਤ ਹੋਣਾ, ਉਹੀ ਸਮਾਂ ਸਫਲ ਹੈ ਜੀਵਨ ਦਾ। ਇਸ ਕਰਕੇ ਆਪਾਂ ਸੁਚੇਤ ਵੀ ਰਹਿਣਾ ਹੈ ਤੇ ਜਦੋਂ ਵੀ ਲੋੜ ਪਵੇ ਗੁਰੂ ਕੇ ਸਿੱਖ ਨੇ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਣਾ। ਹਮੇ ਸਾਰੀ ਰਾਤ ਜਾ ਕੇ ਕਿਉਂ ਨਾ ਪਹਿਰਾ ਦੇਣਾ ਪਵੇ ਸਤਿਗੁਰ ਦੇ ਦਰਬਾਰ ਦਾ। ਚੰਗੇ ਮਸਤਕ ਦੇ ਭਾਗ ਹੋਣਗੇ, ਵੱਡੇ ਭਾਗ ਹੋਣਗੇ, ਸਤਿਗੁਰ ਦੀ ਖੁਸ਼ੀਆਂ ਬਖਸ਼ਦੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਕਦੀ ਕਦੀ ਘਰ ਜਾਂਦੇ ਨੇ, ਨਹੀਂ ਤੇ ਸਦਾ ਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹਨ। ਸ਼੍ਰੀ ਗ੍ਰੰਥ ਸਾਹਿਬ ਕੀ ਕਥਾ ਪਈ ਜਥਾ ਉਚਰੀ ਮੈਂ ਤਥਾ। ਸੰਤੋਖ ਸਿੰਘ ਲਿਖਦੇ ਨੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜੋ ਪਾਵਨ ਕਥਾ ਹੈ, ਜਿਵੇਂ ਜਿਵੇਂ ਹੋਏ, ਜਿਵੇਂ ਜਿਵੇਂ ਸਾਰਾ ਕਾਰਜ ਹੋਇਆ, ਉਸੇ ਤਰ੍ਹਾਂ ਇਹ ਸਾਰੀ ਪਾਵਨ ਕਥਾ ਮੈਂ ਆਪ ਜੀ ਨੂੰ ਉਚਾਰਨ ਕਰਕੇ ਸੁਣਵਾਈ ਹੈ। ਸੁਨਤ ਪਠਤ ਚਿਤ ਬਾਛਤ ਦਾਤਾ ਗੁਰ ਪਗ ਰਤ ਤੇ ਆਤਮ ਗਿਆਤਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਇਹ ਜੋ ਸੰਪਾਦਨਾ ਦੇ ਕਾਰਜ ਆਰੰਭ ਹੋਏ, ਪ੍ਰਕਾਸ਼ ਹੋਣ ਤੱਕ ਦੀ ਸੰਪੂਰਨ ਜਿੰਨੀ ਇਹ ਸਾਰੀ ਕਥਾ ਹੈ, ਜਿਹੜਾ ਵੀ ਇਸ ਨੂੰ ਮਨ ਚਿੱਤ ਲਾ ਕੇ ਪੜ੍ਹੇਗਾ, ਸੁਣੇਗਾ, ਉਹਨੂੰ ਮਨ ਬਾਸ਼ਤ ਦਾਤਾਂ ਪ੍ਰਾਪਤ ਹੋਣਗੀਆਂ, ਮਨ ਇੱਛਤ ਫਲ ਪ੍ਰਾਪਤ ਹੋਣਗੇ। ਇੱਥੇ ਬਸ ਨਹੀਂ, ਗੁਰ ਪਗ ਰਤ, ਗੁਰ ਚਰਨਾਂ ਦੇ ਵਿੱਚ ਰੰਗਿਆ ਰਹੇਗਾ ਤੇ ਆਤਮ ਗਿਆਤਾ, ਆਤਮ ਗਿਆਨੀ ਵਾਲਾ ਆ ਜੀਵਨ ਉਹਨੂੰ ਪ੍ਰਾਪਤ ਹੋਵੇਗਾ। ਦੋਹਰਾ ਸ਼੍ਰੀ ਸਤਿਗੁਰ ਇੱਕ ਦਿਨ ਥੇਰੇ ਸੰਗਤ ਦਰਸ ਤੇ ਆਏ। ਇਸ ਤਰ੍ਹਾਂ ਦੇ ਨਾਲ ਜੋ ਕਾਰਜ ਆਰੰਭ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਪਾਦਨਾ ਦਾ, ਬਾਣੀ ਸੰਗ੍ਰਹਿ ਇਕੱਤਰ ਕਰਨ ਦਾ, ਉਹ ਸੰਪੂਰਨ ਹੋਇਆ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕਰਕੇ ਸਾਰੀ ਜਿਹੜੀ ਮਰਿਆਦਾ ਹੈ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੰਨ੍ਹ ਦਿੱਤੀ ਹੈ, ਮਰਿਆਦਾ ਕਾਇਮ ਕਰ ਦਿੱਤੀ ਹੈ। ਸੋ ਇਹ ਕਾਰਜ ਸਾਰੇ ਸੰਪੂਰਨ ਹੋਏ। ਹੁਣ ਨਿਤਾ ਪ੍ਰਤ ਗੁਰੂ ਕੇ ਦੀਵਾਨ ਸਜਦੇ ਨੇ, ਦਰਬਾਰ ਸਜਦੇ ਨੇ। ਇੱਕ ਦਿਨ ਦਾ ਦੀਵਾਨ ਸਜਿਆ ਹੋਇਆ ਹੈ, ਸਿੱਖ ਸੰਗਤਾਂ ਆਕਰ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਰਹੀਆਂ ਹਨ।
ਸਿੱਖ ਦਿਲੋਂ ਕਾ ਨਾਮ ਜਿਸ ਚਰਨ ਕਮਲ ਸਿਰ ਲਾਏ। ਇਹਨਾਂ ਸਿੱਖ ਸੰਗਤਾਂ ਦੇ ਵਿੱਚ ਇੱਕ ਭਾਈ ਤਲੋਕਾ ਵੀ ਇੱਕ ਸਿੱਖ ਆਇਆ ਜਿਹਦਾ ਨਾਮ ਸੀ ਭਾਈ ਤਲੋਕਾ। ਉਹ ਵੀ ਚੱਲ ਕਰਕੇ ਆਇਆ। ਉਸਨੇ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਸੀਸ ਨਵਾਇਆ, ਝੁਕ ਕੇ ਬੰਦਨਾ ਕੀਤੀ ਹੈ। ਜੋ ਪਈ ਹੱਥ ਜੋਰ ਤਿਨ ਅਰਜ ਗੁਜਾਰੀ। ਦੋਵੇਂ ਹੱਥ ਜੋੜੇ ਭਾਈ ਤਲੋਕੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਕਹਿਣ ਲੱਗੇ, ਮੈਂ ਆਇਓ ਪ੍ਰਭ ਸ਼ਰਨ ਤੁਮਾਰੀ। हे ਪ੍ਰਭੂ ਸਵਰੂਪ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ। ਜਿਸ ਤੇ ਮੇਰੋ ਹੋਏ ਕਲਿਆਣਾ। ਸਤਿਗੁਰੂ ਪਾਤਸ਼ਾਹ ਜੀ, ਜਿਸ ਤਰ੍ਹਾਂ ਮੇਰੀ ਕਲਿਆਣ ਹੋ ਜਾਵੇ, ਜੁਗ ਲੋਕਨ ਮੈਂ ਆਨੰਦ ਮਹਾਨਾ। ਤੇ ਦੋਹਾਂ ਲੋਕਾਂ ਦੇ ਵਿੱਚ ਮਹਾਨ ਆਨੰਦ ਦੀ ਪ੍ਰਾਪਤੀ ਹੋਵੇ। ਅਸ ਮੁਝ ਕੋ ਦੀਜੇ ਉਪਦੇਸ਼। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਆਪਣੇ ਪਾਵਨ ਮੁਖ ਤੋਂ ਮੈਨੂੰ ਐਸਾ ਕੋਈ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਪ੍ਰਾਪਤ ਕਰਕੇ ਮੇਰੇ ਜੀਵਨ ਦੀ ਕਲਿਆਣ ਹੋਵੇ, ਮੁਕਤੀ ਪ੍ਰਾਪਤ ਹੋ ਜਾਵੇ, ਦੋਹਾਂ ਲੋਕਾਂ ਅੰਦਰ ਆਨੰਦ ਪ੍ਰਾਪਤ ਹੋਵੇ, ਐਸਾ ਪਾਵਨ ਉਪਦੇਸ਼ ਬਖਸ਼ੋ। ਸੁਨਤ ਕਮਾਵਤ ਨਸੇ ਕਲੇਸ਼। ਜਿਸ ਉਪਦੇਸ਼ ਨੂੰ ਸੁਣ ਕੇ ਉਹਦੀ ਕਮਾਈ ਕਰਦੇ ਆ, ਕਿਉਂਕਿ ਉਪਦੇਸ਼ ਕੱਲਾ ਸੁਣਨਾ ਹੀ ਨਹੀਂ, ਸੁਣਨ ਤੱਕ ਨਹੀਂ ਰਹਿਣਾ, ਸੁਣ ਕੇ ਉਹਨੂੰ ਕਮਾਉਣਾ ਵੀ ਹੈ, ਉਹਦੀ ਕਮਾਈ ਵੀ ਕਰਨੀ ਹੈ, ਜੀਵਨ ਅੰਦਰ ਧਾਰਨਾ ਵੀ ਹੈ, ਅਮਲੀ ਜੀਵਨ ਵੀ ਬਣਾਉਣਾ ਹੈ। ਸ਼ਬਦ ਕੇਵਲ ਇਹ ਨਹੀਂ ਕਿ ਅਸੀਂ ਆਏ ਗੁਰੂ ਪਾਤਸ਼ਾਹ ਜੀ ਦਾ ਪਾਵਨ ਮੁਖ ਵਾਕ ਸੁਣ ਲਿਆ, ਗੁਰਬਾਣੀ ਦਾ ਕੋਈ ਸ਼ਬਦ ਸਰਵਨ ਕਰ ਲਿਆ ਜਾਂ ਪੜ੍ਹ ਲਿਆ, ਬਸ ਇੱਥੇ ਤੱਕ ਰਹਿ ਜਾਣਾ। ਜਿੰਨੀ ਦੇਰ ਤੱਕ ਅਸੀਂ ਉਸ ਪਾਵਨ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹਦੀ ਜੀਵਨ ਅੰਦਰ ਕਮਾਈ ਨਹੀਂ ਕਰਦੇ, ਉਨੀ ਦੇਰ ਤੱਕ ਜੀਵਨ ਅੰਦਰ ਆਨੰਦ ਨਹੀਂ ਆ ਸਕਦਾ, ਉਨੀ ਦੇਰ ਜੀਵਨ ਦੇ ਅੰਦਰ ਕਲਿਆਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਗੁਰਬਾਣੀ ਨੂੰ ਪੜਨ ਦੇ ਨਾਲ, ਵਿਚਾਰਨ ਦੇ ਨਾਲ, ਜੀਵਨ ਅੰਦਰ ਧਾਰਨ ਕਰਨ ਨਾਲ ਗੱਲ ਬਣਨੀ ਹੈ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖਣ ਨਾਲ ਮੁਕਤੀ ਨਹੀਂ ਮਿਲਣੀ ਜਿੰਨੇ ਦਰ ਸ਼ਬਦ ਦੀ ਵਿਚਾਰ ਨਹੀਂ ਕਰਦੇ, ਕਮਾਈ ਨਹੀਂ ਕਰਦੇ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਆਪਣਾ ਉਪਦੇਸ਼ ਦੇਵੋ ਜਿਸ ਉਪਦੇਸ਼ ਨੂੰ ਸੁਣ ਕੇ ਕਮਾਈ ਕਰਦੇ ਆ, ਕਮਾਉਂਦੇ ਆ, ਜੀਵਨ ਦੇ ਅੰਦਰੋਂ ਕਲੇਸ਼ ਜਿਹੜੇ ਨੇ ਉਹ ਨਸ ਜਾਣ। ਸੁਨ ਸਤਿਗੁਰ ਕਰ ਦਇਆ ਸੁਨਾਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਭਾਈ ਤਲੋਕੇ ਦੀ ਬੇਨਤੀ ਸੁਣੀ ਹੈ ਤੇ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆਏ ਨੇ ਤੇ ਹੁਣ ਭਾਈ ਤਲੋਕੇ ਨੂੰ ਉਪਦੇਸ਼ ਦੇ ਰਹੇ ਨੇ। ਕੀ ਉਪਦੇਸ਼ ਦਿੰਦੇ ਨੇ ਭਾਈ ਤਲੋਕੇ ਨੂੰ, ਤੇ ਭਾਈ ਤਲੋਕਾ ਜੀ ਫਿਰ ਕਿਵੇਂ ਜੀਵਨ ਅੰਦਰ ਕਮਾਈ ਕਰਦੇ ਨੇ ਤੇ ਆਪਣੇ ਸੇਵਕ ਦੀ ਪੈਜ ਰੱਖਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਇਹ ਆਪਾਂ ਕੱਲ ਦੇ ਪ੍ਰਕਰਣ ਅੰਦਰ ਸਰਵਨ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਣ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦੇ ਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ਨੇ। ਸਤਿਗੁਰੂ ਪਾਤਸ਼ਾਹ ਜੀ ਇੱਕ ਅੱਗੇ ਲਈ ਕਿਰਪਾ ਕਰਨ, ਸੁਮਤ ਬਖਸ਼ਿਸ਼ ਕਰਨ।